ਜੀਵਨ ਨੂੰ ਜਿਉਣ ਦੇ ਦੋ ਹੀ ਢੰਗ ਹਨ। ਇੱਕ ਢੰਗ ਹੈ ਸੰਘਰਸ਼ ਦਾ, ਇੱਕ ਢੰਗ ਹੈ ਸਮਰਪਣ ਦਾ। ਸੰਘਰਸ਼ ਦਾ ਅਰਥ ਹੈ ਮੇਰੀ ਮਰਜ਼ੀ ਸਮੱਗਰ ਦੀ ਮਰਜ਼ੀ ਤੋਂ ਵੱਖ ਹੈ। ਸਮਰਪਣ ਦਾ ਅਰਥ ਹੈ ਮੈਂ ਪੂਰਨ ਦਾ ਇੱਕ ਅੰਗ ਹਾਂ। ਮੇਰੀ ਮਰਜ਼ੀ ਦੇ ਵੱਖਰੇ ਹੋਣ ਦਾ ਕੋਈ ਸਵਾਲ ਨਹੀਂ। ਮੈਂ ਜੇਕਰ ਵੱਖਰਾ ਹਾਂ, ਸੰਘਰਸ਼ ਸੁਭਾਵਿਕ ਹੈ। ਮੈਂ ਜੇਕਰ ਇਸ ਵਿਰਾਟ ਦੇ ਨਾਲ ਇੱਕ ਹਾਂ, ਸਮਰਪਣ ਸੁਭਾਵਿਕ ਹੈ। ਸੰਘਰਸ਼ ਲਿਆਵੇਗਾ ਤਣਾਵ, ਅਸ਼ਾਂਤੀ, ਚਿੰਤਾ। ਸਮਰਪਣ ਲਿਆਵੇਗਾ ਸ਼ੂਨਿਅਤਾ, ਸ਼ਾਂਤੀ, ਆਨੰਦ ਤੇ ਅੰਤ 'ਚ ਪਰਮ ਗਿਆਨ। ਸੰਘਰਸ਼ ਨਾਲ ਹੰਕਾਰ ਵਧੇਗਾ, ਸਮਰਪਣ ਨਾਲ ਮਿਟੇਗਾ। ਸੰਸਾਰੀ ਉਹੀ ਹੈ ਜੋ ਸੰਘਰਸ਼ ਕਰ ਰਿਹਾ ਹੈ। ਧਾਰਮਿਕ ਉਹੀ ਹੈ ਜਿਸ ਨੇ ਸੰਘਰਸ਼ ਛੱਡ ਦਿੱਤਾ ਤੇ ਸਭ ਸਮਰਪਣ ਕਰ ਦਿੱਤਾ। ਮੰਦਰ, ਮਸਜਿਦ, ਗੁਰਦੁਆਰੇ ਜਾਣ ਨਾਲ ਧਰਮ ਦਾ ਕੋਈ ਸੰਬੰਧ ਨਹੀਂ। ਜੇਕਰ ਤੁਹਾਡੀ ਬਿਰਤੀ ਜੂਝਣ ਦੀ ਹੈ, ਜੇਕਰ ਤੁਸੀਂ ਲੜਾਈ ਕਰ ਰਹੇ ਹੋ ਪਰਮਾਤਮਾ ਨਾਲ, ਜੇਕਰ ਤੁਸੀਂ ਆਪਣੀ ਇੱਛਾ ਨੂੰ ਪੂਰੀ ਕਰਨਾ ਚਾਹੁੰਦੇ ਹੋ, ਚਾਹੇ ਪ੍ਰਾਰਥਨਾ ਨਾਲ ਹੀ ਸਹੀ, ਪੂਜਾ ਨਾਲ ਹੀ ਸਹੀ, ਜੇਕਰ ਤੁਸੀਂ ਆਪਣੀ ਇੱਛਾ ਰੱਖ ਰਹੇ ਹੋ ਕੋਈ, ਤਾਂ ਤੁਸੀਂ ਅਧਾਰਮਿਕ ਹੋ। ਜਦ ਤੁਹਾਡੀ ਆਪਣੀ ਕੋਈ ਚਾਹ ਨਹੀਂ, ਜਦ ਉਸ ਦੀ ਚਾਹ ਹੀ ਤੁਹਾਡੀ ਚਾਹ ਹੈ, ਜਿੱਥੇ ਉਹ ਲੈ ਜਾਏ ਉਹੀ ਤੁਹਾਡੀ ਮੰਜ਼ਿਲ ਹੈ, ਤੁਹਾਡੀ ਵੱਖਰੀ ਕੋਈ ਮੰਜ਼ਿਲ ਨਹੀਂ। ਜਿਵੇਂ ਉਹ ਚਲਾਏ ਉਹੀ ਤੁਹਾਡੀ ਚਾਲ, ਤੁਹਾਡੀ ਆਪਣੀ ਕੋਈ ਆਕਾਂਖਸ਼ਾ ਨਹੀਂ ਹੈ, ਇੱਛਾ ਨਹੀਂ ਹੈ। ਤੁਸੀਂ ਨਿਰਣਾ ਲੈਂਦੇ ਹੀ ਨਹੀਂ, ਤੁਸੀਂ ਤੈਰਦੇ ਵੀ ਨਹੀਂ, ਤੁਸੀਂ ਤਿਰਦੇ ਹੋ। ਆਕਾਸ਼ ਵਿੱਚ ਵੇਖਣਾ ਕਦੇ, ਇੱਲ ਬਹੁਤ ਉਚਾਈ 'ਤੇ ਚਲੀ ਜਾਂਦੀ ਹੈ, ਫਿਰ ਖੰਭ ਵੀ ਨਹੀਂ ਹਿਲਾਉਂਦੀ, ਫਿਰ ਖੰਭਾਂ ਨੂੰ ਫੈਲਾ ਦਿੰਦੀ ਹੈ, ਹਵਾ ਵਿੱਚ ਤਿਰਦੀ ਹੈ। ਉਹੋ ਜਿਹੀ ਦਿਸ਼ਾ ਜਦੋਂ ਤਿਰਨ ਦੀ ਤੁਹਾਡੀ ਚੇਤਨਾ ਵਿੱਚ ਆ ਜਾਏ ਤਾਂ ਸਮਰਪਣ ਹੋ ਜਾਂਦਾ ਹੈ। ਤਦ ਤੁਸੀਂ ਖੰਭ ਵੀ ਨਹੀਂ ਹਿਲਾਉਂਦੇ, ਤਦ ਤੁਸੀਂ ਉਸ ਦੀਆਂ ਹਵਾਵਾਂ ਉੱਤੇ ਤਿਰ ਜਾਂਦੇ ਹੋ, ਤਦ ਤੁਸੀਂ ਨਿਰਭਾਰ ਹੋ ਜਾਂਦੇ ਹੋ। ਕਿਉਂਕਿ ਭਾਰ ਸੰਘਰਸ਼ ਤੋਂ ਉਪਜਦਾ ਹੈ, ਭਾਰ ਟਕਰਾਓ ਨਾਲ ਉਪਜਦਾ ਹੈ। ਜਿੰਨਾ ਤੁਸੀਂ ਲੜਦੇ ਹੋ ਓਨੇ ਤੁਸੀਂ ਭਾਰੀ ਹੋ ਜਾਂਦੇ ਹੋ, ਜਿੰਨੇ ਭਾਰੀ ਹੁੰਦੇ ਹੋ ਓਨੇ ਹੇਠਾਂ ਨੂੰ ਡਿੱਗ ਪੈਂਦੇ ਹੋ। ਜਿੰਨੇ ਤੁਸੀਂ ਲੜਦੇ ਨਹੀਂ ਓਨੇ ਹੌਲੇ ਹੋ ਜਾਂਦੇ ਹੋ, ਜਿੰਨੇ ਹੌਲੇ ਹੁੰਦੇ ਹੋ ਓਨੇ ਉੱਚੇ ਉੱਠ ਜਾਂਦੇ ਹੋ। ਜੇਕਰ ਤੁਸੀਂ ਪੂਰੀ ਤਰ੍ਹਾਂ ਸੰਘਰਸ਼ ਛੱਡਦੇ ਹੋ ਤਾਂ ਤੁਹਾਡੀ ਉਹੀ ਉਚਾਈ ਹੈ ਜਿਹੜੀ ਪਰਮਾਤਮਾ ਦੀ ਹੈ। ਉਚਾਈ ਦਾ ਇੱਕ ਹੀ ਅਰਥ ਹੈ ਨਿਰਭਰ ਹੋ ਜਾਣਾ। ਹੰਕਾਰ ਪੱਥਰ ਵਾਂਗ ਤੁਹਾਡੇ ਗਲੇ ਵਿੱਚ ਲਟਕਿਆ ਹੈ। ਜਿੰਨਾ ਤੁਸੀਂ ਲੜੋਗੇ ਓਨਾ ਹੀ ਹੰਕਾਰ ਵਧੇਗਾ। ਨਾਨਕ ਇੱਕ ਪਿੰਡ 'ਚ ਬਾਹਰ ਠਹਿਰੇ। ਉਹ ਪਿੰਡ ਸੂਫੀਆਂ ਦਾ ਸੀ। ਉਹਨਾਂ ਦਾ ਕੇਂਦਰ ਵੱਡਾ ਸੀ। ਉੱਥੇ ਬਹੁਤ ਸੂਫੀ ਸਨ, ਗੁਰੂ ਸਨ। ਪੂਰੀ ਬਸਤੀ ਸੂਫੀਆਂ ਦੀ ਸੀ। ਜਦੋਂ ਸੂਫੀਆਂ ਦੇ ਗੁਰੂ ਨੂੰ ਖਬਰ ਮਿਲੀ ਤਾਂ ਉਸਨੇ ਸਵੇਰੇ ਸਵੇਰੇ ਹੀ ਨਾਨਕ ਦੇ ਲਈ ਇੱਕ ਕਟੋਰੇ 'ਚ ਦੁੱਧ ਭਰ ਕੇ ਭੇਜਿਆ। ਦੁੱਧ ਨੱਕੋ ਨੱਕ ਭਰਿਆ ਹੋਇਆ ਸੀ, ਇੱਕ ਵੀ ਤੁਪਕਾ ਹੋਰ ਨਹੀਂ ਪੈ ਸਕਦਾ ਸੀ। ਨਾਨਕ ਪਿੰਡ ਤੋਂ ਬਾਹਰ ਇੱਕ ਖੂਹ ਦੇ ਕੰਢੇ 'ਤੇ ਠਹਿਰੇ ਸਨ। ਉੱਥੇ ਕੋਲ ਹੀ ਇੱਕ ਝਾੜੀ ਲੱਗੀ ਹੋਈ ਸੀ। ਉਹਨਾਂ ਨੇ ਉਸ ਝਾੜੀ ਤੋਂ ਫੁੱਲ ਤੋੜ ਕੇ ਕਟੋਰੇ 'ਚ ਪਾ ਦਿੱਤਾ। ਫੁੱਲ ਤਿਰ ਗਿਆ। ਫੁੱਲ ਦਾ ਕੀ ਭਾਰ, ਉਸਨੇ ਨਾ ਥਾਂ ਮੰਗੀ, ਉਹ ਉੱਤੇ ਉੱਤੇ ਹੀ ਤਿਰ ਗਿਆ ਤੇ ਨਾਨਕ ਨੇ ਕਟੋਰਾ ਮੋੜ ਕੇ ਭਿਜਵਾ ਦਿੱਤਾ। ਨਾਨਕ ਦਾ ਚੇਲਾ ਮਰਦਾਨਾ ਬਹੁਤ ਹੈਰਾਨ ਹੋਇਆ, ਕੀ ਮਾਮਲਾ ਹੈ? ਉਸਨੇ ਪੁੱਛਿਆ ਕਿ ਮੈਂ ਕੁਝ ਸਮਝਿਆ ਨਹੀਂ, ਕੀ ਬੁਝਾਰਤ, ਇਹ ਕੀ ਹੋਇਆ? ਨਾਨਕ ਨੇ ਕਿਹਾ ਕਿ ਸੂਫੀਆਂ ਦੇ ਗੁਰੂ ਨੇ ਖਬਰ ਭੇਜੀ ਸੀ ਕਿ ਪਿੰਡ ਵਿੱਚ ਬਹੁਤ ਗਿਆਨੀ ਹਨ, ਹੁਣ ਹੋਰ ਥਾਂ ਨਹੀਂ ਹੈ। ਮੈਂ ਖਬਰ ਮੋੜ ਕੇ ਘੱਲ ਦਿੱਤੀ ਹੈ। ਮੇਰਾ ਕੋਈ ਭਾਰ ਨਹੀਂ ਹੈ, ਮੈਂ ਥਾਂ ਨਹੀਂ ਮੰਗਾਂਗਾ, ਫੁੱਲ ਵਾਂਗ ਤਿਰ ਜਾਵਾਂਗਾ। ਜਿਹੜਾ ਨਿਰਭਾਰ ਹੈ ਉਹੀ ਗਿਆਨੀ ਹੈ, ਜਿਸ ਵਿੱਚ ਵਜ਼ਨ ਹੈ ਉਹ ਅਜੇ ਅਗਿਆਨੀ ਹੈ। ਜਦੋਂ ਤੁਹਾਡੇ ਵਿੱਚ ਭਾਰ ਆ ਜਾਂਦਾ ਹੈ ਤਾਂ ਤੁਹਾਡੇ ਕੋਲੋਂ ਦੂਜੇ ਨੂੰ ਸੱਟ ਵੱਜਦੀ ਹੈ। ਜਦੋਂ ਤੁਸੀਂ ਨਿਰਭਰ ਹੋ ਜਾਂਦੇ ਹੋ ਤਾਂ ਤੁਹਾਡੇ ਜੀਵਨ ਦਾ ਢੰਗ ਅਜਿਹਾ ਹੁੰਦਾ ਹੈ ਕਿ ਉਸ ਢੰਗ ਨਾਲ ਸੱਟ ਪਹੁੰਚਾਉਣਾ ਅਸੰਭਵ ਹੋ ਜਾਂਦਾ ਹੈ। ਅਹਿੰਸਾ ਆਪਣੇ ਆਪ ਫਲਦੀ ਹੈ। ਪ੍ਰੇਮ ਆਪਣੇ ਆਪ ਪੈਦਾ ਹੁੰਦਾ ਹੈ। ਪ੍ਰੇਮ ਨੂੰ ਕੋਈ ਲਗਾ ਨਹੀਂ ਸਕਦਾ।
ਨਾ ਕਰੁਣਾ ਨੂੰ ਕੋਈ ਥੋਪ ਸਕਦਾ ਹੈ। ਜੇਕਰ ਤੁਸੀਂ ਨਿਰਭਰ ਹੋ ਜਾਓ, ਇਹ ਸਾਰੀਆਂ ਘਟਨਾਵਾਂ ਆਪਣੇ ਆਪ ਘਟਦੀਆਂ ਨੇ। ਜਿਵੇਂ ਆਦਮੀ ਦੇ ਪਿੱਛੇ ਛਾਂ ਚੱਲਦੀ ਹੈ, ਤਿਵੇਂ ਭਾਰੀ ਆਦਮੀ ਦੇ ਪਿੱਛੇ ਕ੍ਰੋਧ, ਹਿੰਸਾ, ਹੱਤਿਆ ਚੱਲਦੀ ਹੈ। ਹਲਕੇ ਮਨੁੱਖ ਦੇ ਪਿੱਛੇ ਪ੍ਰੇਮ, ਕਰੁਣਾ, ਦਇਆ, ਪ੍ਰਾਰਥਨਾ ਆਪਣੇ ਆਪ ਹੀ ਚੱਲਦੀ ਹੈ। ਇਸ ਲਈ ਬੁਨਿਆਦੀ ਸਵਾਲ ਅੰਦਰੋਂ ਹੰਕਾਰ ਨੂੰ ਡੇਗਣ ਦਾ। ਤੁਸੀਂ ਹੰਕਾਰ ਨੂੰ ਕਿਵੇਂ ਗਿਰਾਓਗੇ? ਇੱਕ ਹੀ ਉਪਾਅ ਹੈ। ਵੇਦਾਂ ਵਿੱਚ ਉਸ ਉਪਾਅ ਨੂੰ ਰਿਤ ਕਿਹਾ ਹੈ। ਬੁੱਧ ਨੇ ਉਸ ਨੂੰ ਥਿੰਮ ਕਿਹਾ ਹੈ। ਮਹਾਵੀਰ ਨੇ ਧਰਮ। ਨਾਨਕ ਦਾ ਸ਼ਬਦ ਹੈ ਹੁਕਮ, ਉਸ ਦੀ ਆਗਿਆ। ਉਸ ਦੀ ਆਗਿਆ ਨਾਲ ਜਿਹੜਾ ਤੁਰਨ ਲੱਗਿਆ, ਜਿਹੜਾ ਆਪਣੇ ਵੱਲੋਂ ਹਿਲਦਾ ਜੁਲਦਾ ਵੀ ਨਹੀਂ ਹੈ, ਜਿਸ ਦਾ ਆਪਣਾ ਕੋਈ ਭਾਵ ਨਹੀਂ ਹੈ, ਕੋਈ ਚਾਹ ਨਹੀਂ ਹੈ, ਜੋ ਆਪਣੇ ਨੂੰ ਥੋਪਣਾ ਨਹੀਂ ਚਾਹੁੰਦਾ, ਉਹ ਉਸ ਦੇ ਹੁਕਮ ਵਿੱਚ ਆ ਗਿਆ। ਇਹੀ ਧਾਰਮਿਕ ਆਦਮੀ ਹੈ। ਜਿਹੜਾ ਉਸ ਦੇ ਹੁਕਮ ਵਿੱਚ ਆ ਗਿਆ, ਉਹ ਸਭ ਕੁਝ ਪਾ ਗਿਆ, ਕੁਝ ਪਾਉਣ ਨੂੰ ਬਚਦਾ ਨਹੀਂ। ਕਿਉਂਕਿ ਉਸ ਦੇ ਹੁਕਮ ਨੂੰ ਮੰਨਣਾ ਉਸ ਦੇ ਹਿਰਦੇ ਤੱਕ ਪੁੱਜ ਜਾਣ ਦਾ ਦੁਆਰ ਹੈ। ਆਪਣੇ ਆਪ ਨੂੰ ਮੰਨਣਾ ਉਸ ਤੋਂ ਦੂਰ ਹਟਾਉਣਾ ਹੈ। ਆਪਣੇ ਆਪ ਨੂੰ ਮੰਨਣਾ ਤੁਸੀਂ ਪਰਮਾਤਮਾ ਵੱਲ ਪਿੱਠ ਕਰ ਰਹੇ ਹੋ। ਉਸ ਦੀ ਆਗਿਆ ਨੂੰ ਮੰਨਣਾ ਕਿ ਤੁਹਾਡਾ ਮੂੰਹ ਪਰਮਾਤਮਾ ਦੇ ਵੱਲ ਹੋ ਗਿਆ। ਤੁਸੀਂ ਸੂਰਜ ਵੱਲ ਪਿੱਠ ਕਰਕੇ ਜੀਵਨ ਭਰ ਦੌੜਦੇ ਰਹੋ ਤਾਂ ਹਨੇਰੇ ਵਿੱਚ ਹੀ ਰਹੋਗੇ। ਤੁਸੀਂ ਸੂਰਜ ਵੱਲ ਮੂੰਹ ਇਸੇ ਵੇਲੇ ਕਰ ਲਓ ਤਾਂ ਜਨਮਾਂ ਜਨਮਾਂ ਦਾ ਹਨੇਰਾ ਮੁੱਕ ਜਾਏਗਾ। ਪਰਮਾਤਮਾ ਦੇ ਸਨਮੁਖ ਹੋਣ ਦਾ ਇੱਕੋ ਇੱਕ ਉਪਾਅ ਹੈ, ਉਹ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਛੱਡ ਦਿਓ। ਤੁਸੀਂ ਤੈਰੋ ਨਾ, ਬਹੋ। ਤੁਸੀਂ ਤਿਰੋ, ਉਹੀ ਬਹੁਤ ਹੈ। ਤੁਸੀਂ ਅਕਾਰਨ ਹੀ ਭਾਰ ਲੈ ਰਹੇ ਹੋ। ਤੁਹਾਡੀਆਂ ਸਫਲਤਾਵਾਂ ਤੁਹਾਡੇ ਹੰਕਾਰ ਦੇ ਰੋਗ ਹਨ। ਤੁਹਾਡੀ ਹਾਲਤ ਉਹੋ ਜਿਹੀ ਹੈ ਜਿਹੋ ਜਿਹਾ ਮੈਂ ਸੁਣਿਆ ਹੈ ਕਿ ਇੱਕ ਰੱਥ ਲੰਘ ਰਿਹਾ ਸੀ, ਇੱਕ ਮੱਖੀ ਉਸ ਦੇ ਪਹੀਏ 'ਤੇ ਕਿੱਲੀ ਉੱਤੇ ਬੈਠੀ ਸੀ। ਬੜੀ ਧੂੜ ਉੱਡਦੀ ਸੀ। ਰੱਥ ਵੱਡਾ ਸੀ। 12 ਘੋੜੇ ਜੁੜੇ ਹੋਏ ਸਨ। ਬਹੁਤ ਭਿਆਨਕ ਆਵਾਜ਼, ਬੜੀ ਧੂੜ ਉੱਡ ਰਹੀ ਸੀ। ਉਸ ਮੱਖੀ ਨੇ ਆਲੇ ਦੁਆਲੇ ਵੇਖਿਆ ਅਤੇ ਕਿਹਾ, ਮੈਂ ਅੱਜ ਬਹੁਤ ਧੂੜ ਉਡਾ ਰਹੀ ਹਾਂ। ਰੱਥ ਨਾਲ ਉੱਡ ਰਹੀ ਸੀ ਧੂੜ। ਮੱਖੀ ਕਿੱਲੀ ਉੱਤੇ ਬੈਠੀ ਸੀ, ਪਰ ਸੋਚ ਰਹੀ ਸੀ ਕਿ ਅੱਜ ਮੈਂ ਬਹੁਤ ਧੂੜ ਉਡਾ ਰਹੀ ਹਾਂ। ਜਦ ਇੰਨੀ ਧੂੜ ਉਡਾ ਰਹੀ ਹਾਂ ਤਾਂ ਇੰਨੀ ਵੱਡੀ ਹਾਂ ਮੈਂ। ਤੁਸੀਂ ਸਫਲ ਵੀ ਹੁੰਦੇ ਹੋ ਉਸੇ ਦੇ ਕਾਰਨ। ਜੋ ਵੀ ਕੁਝ ਪਾਉਂਦੇ ਹੋ ਉਸੇ ਦੇ ਕਾਰਨ। ਤੁਸੀਂ ਰੱਥ ਉੱਤੇ ਬੈਠੀ ਇੱਕ ਮੱਖੀ ਤੋਂ ਜ਼ਿਆਦਾ ਨਹੀਂ ਹੋ। ਭੁੱਲ ਕੇ ਵੀ ਇਹ ਨਾ ਸੋਚਣਾ ਕਿ ਇੰਨੀ ਧੂੜ ਮੈਂ ਉਡਾ ਰਿਹਾ। ਧੂੜ ਹੈ ਤਾਂ ਉਸ ਦਾ ਰੱਥ ਹੈ, ਉਹਦੇ ਰੱਥ ਦੀ ਧੂੜ ਹੈ। ਯਾਤਰਾ ਹੈ ਤਾਂ ਉਸ ਦੇ ਰੱਥ ਦੀ ਹੈ। ਲੇਕਿਨ ਤੁਸੀਂ ਆਪਣੇ ਆਪ ਨੂੰ ਵਿਚਕਾਰ ਲੈ ਆਉਂਦੇ ਹੋ। ਤੁਹਾਡਾ ਹੰਕਾਰ ਵਿਚਾਲੇ ਆ ਜਾਂਦਾ ਹੈ। ਤੁਸੀਂ ਗੱਲ ਸੁਣੀ ਹੋਵੇਗੀ ਛਿਪਕਲੀ ਦੀ ਕਿ ਮਿੱਤਰਾਂ ਨੇ ਉਹਨੂੰ ਸੱਦਾ ਦਿੱਤਾ ਕਿ ਆਓ ਅੱਜ ਥੋੜ੍ਹਾ ਜੰਗਲ ਵਿੱਚ ਘੁੰਮ ਆਈਏ। ਉਸ ਛਿਪਕਲੀ ਨੇ ਕਿਹਾ, ਜਾਣਾ ਮੁਸ਼ਕਿਲ ਹੈ ਕਿਉਂਕਿ ਇਸ ਛੱਪੜ ਨੂੰ ਕੌਣ ਸੰਭਾਲੇਗਾ। ਛੱਪੜ ਡਿੱਗ ਪਵੇਗਾ ਤਾਂ ਜ਼ਿੰਮੇਵਾਰੀ ਮੇਰੇ ਉੱਤੇ ਹੋਏਗੀ। ਛਿਪਕਲੀ ਸੋਚਦੀ ਹੈ, ਮਹਿਲ ਦੇ ਛੱਪੜ ਨੂੰ ਉਸ ਨੇ ਸੰਭਾਲਿਆ ਹੋਇਆ ਹੈ। ਛਿਪਕਲੀ ਨੂੰ ਲੱਗਦਾ ਹੀ ਹੋਵੇਗਾ। ਤੁਸੀਂ ਸੁਣੀ ਹੋਵੇਗੀ ਕਹਾਣੀ, ਇੱਕ ਬੁੱਢੀ ਔਰਤ ਦੇ ਕੋਲ ਇੱਕ ਕੁੱਕੜ ਸੀ। ਉਹ ਸਵੇਰੇ ਬਾਂਗ ਦਿੰਦਾ ਸੀ। ਉਸੇ ਵੇਲੇ ਸੂਰਜ ਚੜ੍ਹਦਾ ਸੀ। ਬੁੱਢੀ ਆਕੜ ਗਈ। ਉਸਨੇ ਪਿੰਡ ਦੇ ਲੋਕਾਂ ਨੂੰ ਖਬਰ ਕਰ ਦਿੱਤੀ ਕਿ ਮੇਰੇ ਨਾਲ ਜਰਾ ਸੋਚ ਸਮਝ ਕੇ ਵਰਤਾਓ ਕਰਨਾ, ਢੰਗ ਅਤੇ ਇੱਜ਼ਤ ਨਾਲ ਗੱਲ ਕਰਨਾ, ਕਿਉਂਕਿ ਜੇਕਰ ਮੈਂ ਆਪਣੇ ਕੁੱਕੜ ਨੂੰ ਲੈ ਕੇ ਦੂਜੇ ਪਿੰਡ ਚਲੀ ਗਈ ਤਾਂ ਯਾਦ ਰੱਖਣਾ, ਇੱਥੇ ਸੂਰਜ ਕਦੇ ਨਹੀਂ ਚੜ੍ਹੇਗਾ। ਮੇਰਾ ਕੁੱਕੜ ਜਦੋਂ ਬਾਂਗ ਦਿੰਦਾ ਹੈ ਤਦ ਸੂਰਜ ਚੜ੍ਹਦਾ। ਗੱਲ ਸੱਚੀ ਸੀ। ਰੋਜ਼ ਕੁੱਕੜ ਬਾਂਗ ਦਿੰਦਾ ਸੀ ਤਾਂ ਸੂਰਜ ਚੜ੍ਹਦਾ ਸੀ। ਪਿੰਡ ਦੇ ਲੋਕ ਹੱਸੇ। ਲੋਕਾਂ ਨੇ ਮਖੌਲ ਉਡਾਇਆ ਕਿ ਤੂੰ ਪਾਗਲ ਹੋ ਗਈ ਹੈ। ਤਾਂ ਬੁੱਢੀ ਨਾਰਾਜ਼ਗੀ ਵਿੱਚ ਦੂਜੇ ਪਿੰਡ ਚਲੀ ਗਈ।
ਕੁੱਕੜ ਨੇ ਬਾਂਗ ਦਿੱਤੀ ਦੂਜੇ ਪਿੰਡ 'ਚ, ਉੱਥੇ ਸੂਰਜ ਚੜ੍ਹਿਆ। ਤਾਂ ਬੁੱਢੀ ਨੇ ਕਿਹਾ ਹੁਣ ਰੋਣਗੇ, ਹੁਣ ਪਿੱਟਣਗੇ, ਨਾ ਰਿਹਾ ਕੁੱਕੜ ਤੇ ਨਾ ਚੜ੍ਹੇਗਾ ਸੂਰਜ। ਤੁਹਾਡਾ ਵੀ ਤਰਕ ਬੁੱਢੀ ਦੇ ਤਰਕ ਵਾਲਾ ਤਰਕ ਹੈ। ਬੁੱਢੀ ਦਾ ਤਰਕ ਤਾਂ ਸਾਫ਼ ਸੀ, ਕਿਉਂਕਿ ਅਜਿਹਾ ਕਦੇ ਨਹੀਂ ਹੋਇਆ ਕਿ ਕੁੱਕੜ ਦੇ ਬਾਂਗ ਦਿੱਤੇ ਬਿਨਾਂ ਸੂਰਜ ਚੜ੍ਹਿਆ ਹੋਵੇ। ਪਰ ਗੱਲ ਬਿਲਕੁਲ ਉਲਟੀ ਹੈ। ਸੂਰਜ ਚੜ੍ਹਦਾ ਹੈ, ਇਸ ਲਈ ਕੁੱਕੜ ਬਾਂਗ ਦਿੰਦਾ ਹੈ। ਬਾਂਗ ਦੇਣ ਨਾਲ ਸੂਰਜ ਨਹੀਂ ਚੜ੍ਹਦਾ, ਸੂਰਜ ਚੜ੍ਹਨ ਨਾਲ ਕੁੱਕੜ ਬਾਂਗ ਦਿੰਦਾ। ਪਰ ਬੁੱਢੀ ਨੂੰ ਕੌਣ ਸਮਝਾਏ? ਤੁਹਾਨੂੰ ਕੌਣ ਸਮਝਾਏ? ਬੁੱਢੀ ਦੂਜੇ ਪਿੰਡ ਚਲੀ ਗਈ। ਜਦ ਉਸਨੇ ਵੇਖਿਆ ਕਿ ਸੂਰਜ ਹੁਣ ਇੱਥੇ ਚੜ੍ਹ ਰਿਹਾ ਹੈ, ਜਦ ਇੱਥੇ ਚੜ੍ਹ ਰਿਹਾ ਹੈ ਤਾਂ ਹੋਰ ਪਿੰਡ ਵਿੱਚ ਕਿਵੇਂ ਚੜ੍ਹੇਗਾ? ਤੁਸੀਂ ਆਪਣੀ ਤੁੱਛ ਬੁੱਧੀ ਨਾਲ ਛੋਟੇ ਘੇਰੇ ਵਿੱਚ ਸੋਚਦੇ ਹੋ। ਤੁਹਾਡੇ ਕਾਰਨ ਪਰਮਾਤਮਾ ਨਹੀਂ ਹੈ, ਪਰਮਾਤਮਾ ਦੇ ਕਾਰਨ ਤੁਸੀਂ ਹੋ। ਇਹ ਸਵਾਸ ਤੁਹਾਡੇ ਕਾਰਨ ਨਹੀਂ ਚੱਲ ਰਹੇ, ਉਸ ਪਰਮਾਤਮਾ ਦੇ ਕਾਰਨ ਸਵਾਸ ਚੱਲ ਰਹੇ ਨੇ। ਪ੍ਰਾਰਥਨਾ ਵੀ ਤੁਸੀਂ ਨਹੀਂ ਕਰਦੇ ਹੋ, ਉਹੀ ਤੁਹਾਡੇ ਅੰਦਰ ਪ੍ਰਾਰਥਨਾ ਬਣਦਾ ਹੈ। ਇਸ ਭਾਵ ਨੂੰ ਖਿਆਲ ਵਿੱਚ ਲੈ ਲਵੋ ਤਾਂ ਨਾਨਕ ਦੇ ਇਹ ਸ਼ਬਦ ਸਮਝ ਵਿੱਚ ਆ ਜਾਣਗੇ। ਇੱਕ ਇੱਕ ਸ਼ਬਦ ਬੜਮੁੱਲਾ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮ ਨਾਲ ਆਕਾਰ ਦੀ ਉਤਪੱਤੀ ਹੋਈ, ਉਸ ਹੁਕਮ ਨੂੰ ਸ਼ਬਦਾਂ ਵਿੱਚ ਨਹੀਂ ਕਿਹਾ ਜਾ ਸਕਦਾ। ਹੁਕਮ ਦਾ ਅਰਥ ਠੀਕ ਤਰ੍ਹਾਂ ਸਮਝ ਲੈਣਾ। ਦਾ ਕਾਸਮਿਕ ਲਾ, ਉਹ ਜੋ ਸਾਰੇ ਜੀਵਨ ਨੂੰ ਚਲਾਉਣ ਵਾਲਾ ਮਹਾਨਿਜ਼ਮ ਹੈ, ਹੁਕਮ ਦਾ ਇਹੀ ਅਰਥ ਹੈ। ਹੁਕਮ ਨਾਲ ਹੀ ਜੀਆਂ ਦੀ ਉਤਪੱਤੀ ਹੋਈ, ਹੁਕਮ ਨਾਲ ਹੀ ਵਡਿਆਈ ਮਿਲਦੀ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਜਦ ਤੁਸੀਂ ਜਿੱਤੋ ਤਾਂ ਇਹ ਨਾ ਸੋਚਣਾ ਕਿ ਮੈਂ ਜਿੱਤ ਰਿਹਾ। ਜੇਕਰ ਤੁਸੀਂ ਜਿੱਤ ਵੀ ਨਾ ਸੋਚੋਗੇ ਕਿ ਮੈਂ ਜਿੱਤ ਰਿਹਾ, ਤਾਂ ਹਾਰ ਕੇ ਵੀ ਤੁਸੀਂ ਪਾਓਗੇ ਕਿ ਮੈਂ ਨਹੀਂ ਹਾਰਿਆ। ਉਹੀ ਜਿੱਤਦਾ ਹੈ, ਉਹੀ ਹਾਰਦਾ ਹੈ, ਉਸੇ ਦੀ ਖੇਡ ਹੈ। ਇਸ ਲਈ ਹਿੰਦੂ ਇਸ ਪੂਰੇ ਜਗਤ ਨੂੰ ਲੀਲਾ ਕਹਿੰਦੇ ਨੇ। ਲੀਲਾ ਦਾ ਮਤਲਬ ਹੈ ਹਾਰਦਾ ਵੀ ਉਹੀ ਹੈ ਤੇ ਜਿੱਤਦਾ ਵੀ ਉਹੀ ਹੈ। ਇਸ ਹੱਥ ਨਾਲ ਜਿੱਤਦਾ ਹੈ, ਉਸ ਹੱਥ ਨਾਲ ਹਾਰਦਾ ਹੈ। ਲੇਕਿਨ ਜਿੱਤਣ ਹਾਰਨ ਵੇਲੇ ਵਿਚਕਾਰ ਹੀ ਸੋਚ ਲੈਂਦੇ ਨੇ ਲੋਕ। ਜੋ ਉਪਕਰਨ ਹੈ, ਜੋ ਨਿਯਮਤ ਹੈ, ਜੋ ਮਾਧਿਅਮ ਹੈ, ਉਹ ਸਮਝ ਲੈਂਦੇ ਨੇ ਕਿ ਅਸੀਂ ਕਰਤਾ ਹਾਂ। ਕ੍ਰਿਸ਼ਨ ਅਰਜੁਨ ਨੂੰ ਗੀਤਾ ਵਿੱਚ ਕਹਿ ਰਹੇ ਹਨ, ਤੂੰ ਫਾਲਤੂ ਆਪਣੇ ਆਪ ਨੂੰ ਵਿਚਕਾਰ ਨਾ ਲਿਆ। ਉਹੀ ਕਰ ਰਿਹਾ ਹੈ, ਉਹੀ ਕਰਾ ਰਿਹਾ ਹੈ। ਯੁੱਧ ਉਹਦਾ ਆਯੋਜਨ ਹੈ। ਜਿਸ ਨੂੰ ਮਾਰਨਾ ਹੈ ਉਹ ਮਾਰੇਗਾ, ਜਿਸ ਨੂੰ ਬਚਾਉਣਾ ਹੈ ਉਹ ਬਚਾਵੇਗਾ। ਤੂੰ ਇਹ ਨਾ ਸੋਚ ਕੇ ਮਾਰਨ ਵਾਲਾ ਹੈ, ਤੂੰ ਹੀ ਬਚਾਉਣ ਵਾਲਾ ਹੈ। ਕ੍ਰਿਸ਼ਨ ਪੂਰੀ ਗੀਤਾ ਵਿੱਚ ਜੋ ਕਹਿੰਦੇ ਹਨ, ਉਹੀ ਨਾਨਕ ਇਹਨਾਂ ਸ਼ਬਦਾਂ 'ਚ ਕਹਿੰਦੇ ਨੇ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਉਹੀ ਛੋਟੇ ਵੱਡੇ ਨੂੰ ਜਨਮ ਦੇ ਰਿਹਾ ਹੈ। ਇਹ ਥੋੜ੍ਹਾ ਸੋਚਣ ਵਰਗਾ ਹੈ। ਜੇਕਰ ਉਹੀ ਛੋਟੇ ਵੱਡੇ ਨੂੰ ਜਨਮ ਦੇ ਰਿਹਾ ਹੈ ਤਾਂ ਫਿਰ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਕਿਉਂਕਿ ਦੋਹਾਂ ਦਾ ਬਣਾਉਣ ਵਾਲਾ ਉਹੋ ਹੀ ਹੈ। ਤੁਸੀਂ ਇੱਕ ਛੋਟੀ ਮੂਰਤੀ ਬਣਾਈ ਹੈ ਜਾਂ ਇੱਕ ਵੱਡੀ ਮੂਰਤੀ ਬਣਾਈ ਹੈ, ਬਣਾਉਣ ਵਾਲੇ ਤੁਸੀਂ ਹੋ। ਜਦ ਕਰਤਾ ਇੱਕ ਹੈ ਤਾਂ ਕੌਣ ਵੱਡਾ ਕੌਣ ਛੋਟਾ? ਜਦ ਦੋਹਾਂ ਵਿੱਚ ਉਸ ਦਾ ਹੱਥ ਹੈ, ਪਰ ਅਸੀਂ ਸੋਚਦੇ ਹਾਂ ਮੈਂ ਛੋਟਾ, ਮੈਂ ਵੱਡਾ। ਜੀਵਨ ਭਰ ਅਸੀਂ ਦੁੱਖ ਹਟਾਉਂਦੇ ਹਾਂ ਇਸ ਗੱਲ ਲਈ। ਤੁਸੀਂ ਇੰਨੇ ਵੱਡੇ ਕਦੇ ਨਹੀਂ ਹੋਵੋਗੇ ਕਿ ਤੁਸੀਂ ਤ੍ਰਿਪਤ ਹੋ ਜਾਓ। ਜੇਕਰ ਤੁਸੀਂ ਰੂਪ ਨੂੰ ਵੇਖਿਆ ਹੈ, ਆਪਣੇ ਆਕਾਰ ਨੂੰ ਵੇਖਿਆ ਹੈ, ਤੁਸੀਂ ਕਦੇ ਉਨੇ ਵੱਡੇ ਨਹੀਂ ਹੋ ਸਕੋਗੇ ਕਿ ਤ੍ਰਿਪਤ ਹੋ ਜਾਓ। ਆਕਾਰ ਤਾਂ ਛੋਟਾ ਹੀ ਹੋਵੇਗਾ, ਕਿੰਨਾ ਹੀ ਵੱਡਾ ਕਿਉਂ ਨਾ ਹੋਵੇ। ਲੇਕਿਨ ਜੇਕਰ ਤੁਸੀਂ ਨਿਰਾਕਾਰ ਦੇ ਹੱਥ ਆਪਣਾ ਆਕਾਰ ਵਿੱਚ ਦੇਖੋ ਤਾਂ ਤੁਸੀਂ ਉਸੇ ਪਲ ਵੱਡੇ ਹੋ ਗਏ। ਬਣਾਉਣ ਵਾਲਾ ਉਹੀ ਹੈ। ਇੱਕ ਨਿੱਕੇ ਜਿਹੇ ਘਾਹ ਨੂੰ ਵੀ ਉਹੀ ਬਣਾਉਂਦਾ ਹੈ, ਦੂਰ ਆਸਮਾਨ ਨੂੰ ਛੂੰਹਦੇ ਦੇਵਦਾਰ ਦੇ ਰੁੱਖ ਨੂੰ ਵੀ ਉਹੀ ਬਣਾਉਂਦਾ ਹੈ। ਜੇਕਰ ਦੋਨਾਂ ਦੇ ਪਿੱਛੇ ਉਸ ਦਾ ਹੱਥ ਹੈ ਤਾਂ ਕੌਣ ਵੱਡਾ ਕੌਣ ਛੋਟਾ? ਉਸੇ ਦੀ ਹਾਰ, ਉਸੇ ਦੀ ਜਿੱਤ। ਫਿਰ ਅਸੀਂ ਸਾਰੇ ਸਰਤੰਜ ਦੇ ਮੋਹਰੇ ਹਾਂ। ਜਿੱਤੇ ਤਾਂ ਉਹ ਜਿੱਤੇ, ਹਾਰੇ ਤਾਂ ਉਹ ਹਾਰੇ। ਵਡਿਆਈ ਮਿਲੇ ਤਾਂ ਉਸ ਨੂੰ, ਬੁਰਿਆਈ ਮਿਲੇ ਤਾਂ ਉਸ ਨੂੰ।
ਧਿਆਨ ਰੱਖਣਾ। ਤੁਸੀਂ ਬਹੁਤ ਵਾਰੀ ਭਗਤਾਂ ਦੇ ਵਚਨ ਸੁਣੇ ਹੋਣਗੇ, ਪੜ੍ਹੇ ਹੋਣਗੇ। ਅਨੇਕ ਭਗਤ ਤੁਸੀਂ ਪਾਏ ਹੋਣਗੇ ਜੋ ਕਹਿੰਦੇ ਆ ਵਡਿਆਈ ਤੇਰੀ ਬੁਰਾਈ ਮੇਰੀ। ਉੱਪਰੋਂ ਵੇਖਣ ਨੂੰ ਬਹੁਤ ਚੰਗਾ ਲੱਗਦਾ। ਉਹ ਕਹਿੰਦੇ ਹਨ ਜੋ ਜੋ ਭਲਾ ਹੈ ਤੇਰਾ, ਜੋ ਜੋ ਬੁਰਾ ਹੈ ਮੇਰਾ। ਜਾਪਦਾ ਬਹੁਤ ਨਿਮਰਤਾਵਾਨ ਬੰਦਾ ਹੈ, ਪਰ ਜੇਕਰ ਭਲਾਈ ਤੇਰੀ ਹੈ ਤਾਂ ਬੁਰਾਈ ਮੇਰੀ ਕਿਵੇਂ ਹੋ ਸਕੇਗੀ? ਇਹ ਨਿਮਰਤਾ ਝੂਠੀ ਹੈ, ਇਹ ਨਿਮਰਤਾ ਸੱਚੀ ਨਹੀਂ ਹੈ, ਕਿਉਂਕਿ ਸੱਚੀ ਨਿਮਰਤਾ ਤਾਂ ਸਾਰਾ ਕੁਝ ਹੀ ਦੇ ਦੇਵੇਗੀ, ਕੁਝ ਵੀ ਨਹੀਂ ਬਚਾਏਗੀ। ਤੁਸੀਂ ਆਪਣੇ ਹੰਕਾਰ ਲਈ ਥੋੜ੍ਹਾ ਸਹਾਰਾ ਫਿਰ ਬਚਾ ਲਿਆ। ਤੁਸੀਂ ਕਿੰਨਾ ਉੱਪਰੋਂ ਕਹੋ ਭਲਾਈ ਤੇਰੀ ਬੁਰਾਈ ਮੇਰੀ, ਪਰ ਜਦ ਬੁਰਾਈ ਮੇਰੀ ਹੈ ਤਾਂ ਭਲਾਈ ਤੇਰੀ ਕਿਵੇਂ ਹੋਵੇਗੀ? ਅਸਫਲਤਾ ਮੇਰੀ ਤਾਂ ਸਫਲਤਾ ਤੇਰੀ ਕਿਵੇਂ ਹੋਏਗੀ? ਇਹ ਗੱਲ ਥੋਥੀ ਹੈ। ਜਾਂ ਤਾਂ ਦੋਵੇਂ ਮੇਰੇ ਹੋਣਗੇ ਜਾਂ ਦੋਵੇਂ ਤੇਰੇ ਹੋਣਗੇ। ਇਸ ਲਈ ਝੂਠੀ ਨਿਮਰਤਾ ਅਤੇ ਸੱਚੀ ਨਿਮਰਤਾ ਵਿੱਚ ਬਹੁਤ ਫਰਕ ਹੈ। ਝੂਠੀ ਨਿਮਰਤਾ ਕਹਿੰਦੀ ਹੈ ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ, ਪਰ ਹਾਂ ਜ਼ਰੂਰ ਜਦ ਕੋਈ ਆਦਮੀ ਕਹਿੰਦਾ ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ ਤਾਂ ਉਸ ਦੀਆਂ ਅੱਖਾਂ 'ਚ ਵੇਖਣਾ, ਉਹ ਤੁਹਾਡੇ ਕੋਲੋਂ ਉਮੀਦ ਕਰ ਰਿਹਾ ਹੈ ਕਿ ਤੁਸੀਂ ਵੀ ਕਹੋ ਕਿ ਨਹੀਂ ਨਹੀਂ, ਤੁਸੀਂ ਇਹੋ ਜਿਹੇ, ਮੈਂ ਤੁਹਾਡੇ ਪੈਰਾਂ ਦੀ ਧੂੜ ਹਾਂ। ਤੁਸੀਂ ਉਸ ਦੀਆਂ ਅੱਖਾਂ 'ਚ ਵੇਖਣਾ ਚਾਹ ਹੈ। ਜੇ ਤੁਸੀਂ ਮੰਨ ਲਵੋ ਕਿ ਕਹੋ ਬਿਲਕੁਲ ਠੀਕ ਕਹਿੰਦੇ ਹੋ, ਇਹੀ ਤਾਂ ਮੇਰਾ ਵਿਚਾਰ ਹੈ, ਉਹ ਆਦਮੀ ਤੁਹਾਡਾ ਹਮੇਸ਼ਾ ਲਈ ਦੁਸ਼ਮਣ ਹੋ ਜਾਏਗਾ, ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ। ਵਡਿਆਈ ਵੀ ਉਸ ਦੀ, ਬੁਰਾਈ ਵੀ ਉਸ ਦੀ, ਅਸੀਂ ਵਿਚਕਾਰ ਆਉਂਦੇ ਹੀ ਨਹੀਂ। ਅਸੀਂ ਤਾਂ ਬਾਂਸ ਦੀ ਪੋਰੀ ਹੋ ਗਏ। ਉਹ ਗੀਤ ਜਿਹੋ ਜਿਹੇ ਗਾਏ ਸਭ ਉਸ ਦਾ। ਇੰਨੀ ਵੀ ਆਕੜ ਆਪਣੀ ਕਿਉਂ ਬਚਾ ਕੇ ਰੱਖਣੀ? ਜੇਕਰ ਭੁੱਲ ਚੁੱਕ ਹੋਵੇ ਤਾਂ ਮੇਰੀ, ਤਦ ਤਾਂ ਮੈਂ ਬਚ ਗਿਆ, ਤਦ ਥੋੜ੍ਹਾ ਜਿਹਾ ਮੈਂ ਆਪਣੇ ਆਪ ਵਿੱਚ ਬਚਾ ਲਿਆ। ਮੈਂ ਇਹੋ ਜਿਹਾ ਰੋਗ ਹੈ ਜਿਹੜਾ ਥੋੜ੍ਹਾ ਜਿਹਾ ਬਚਾਓ ਤਾਂ ਸਾਰਾ ਬਚ ਜਾਂਦਾ। ਜਾਂ ਤਾਂ ਉਸਨੂੰ ਪੂਰਾ ਛੱਡ ਦਿਓ ਜਾਂ ਪੂਰਾ ਬਚਾ ਲਓ। ਤੁਸੀਂ ਉਸ ਨੂੰ ਰੱਤੀ ਕੁ ਵੀ ਬਚਾਓ ਤਾਂ ਵੀ ਉਹ ਪੂਰੇ ਦਾ ਪੂਰਾ ਬਚਦਾ। ਉਹ ਕਿਤੇ ਗਿਆ ਨਹੀਂ, ਤੁਸੀਂ ਲੁਕਾਇਆ ਹੈ। ਨਾਨਕ ਕਹਿੰਦੇ ਹਨ ਹੁਕਮ ਨਾਲ ਆਕਾਰ ਦੀ ਉਤਪੱਤੀ ਹੋਈ ਹੈ। ਹੁਕਮ ਨੂੰ ਸ਼ਬਦਾਂ 'ਚ ਕਿਹਾ ਨਹੀਂ ਜਾ ਸਕਦਾ। ਜੀਵਨ ਵਿੱਚ ਜੋ ਵੀ ਮਹੱਤਵਪੂਰਨ ਹੈ ਉਹਨੂੰ ਸ਼ਬਦਾਂ ਵਿੱਚ ਕਿਹਾ ਨਹੀਂ ਜਾ ਸਕਦਾ। ਹੁਕਮ ਤਾਂ ਸਭ ਤੋਂ ਮਹੱਤਵਪੂਰਨ ਗੱਲ ਹੈ, ਉਸ ਦੇ ਪਾਰ ਤਾਂ ਕੁਝ ਵੀ ਨਹੀਂ ਹੈ। ਸ਼ਬਦ ਤਾਂ ਕੰਮ ਚਲਾਊ ਹਨ। ਸਧਾਰਨ ਜੀਵਨ ਦਾ ਕੰਮ ਚੱਲ ਸਕਦਾ ਸ਼ਬਦਾਂ ਨਾਲ, ਪਰ ਅਸਧਾਰਨ ਨੂੰ ਸ਼ਬਦਾਂ 'ਚ ਪ੍ਰਗਟ ਕਰਨ ਦਾ ਕੋਈ ਉਪਾਅ ਨਹੀਂ ਹੈ। ਉਪਾਅ ਨਾ ਹੋਣ ਦੇ ਕਈ ਕਾਰਨ ਹਨ, ਉਹ ਵੀ ਸਮਝ ਲੈਣੇ ਚਾਹੀਦੇ ਹਨ। ਉਹ ਸ਼ਬਦ ਕੀ ਨੇਗੇ? ਉਹ ਕੱਲ੍ਹ ਦੀ ਕਥਾ ਵਿੱਚ, ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਸੋ ਧੰਨਵਾਦ ਜੀ। ਜੇਕਰ ਵੀਡੀਓ ਦੇ ਵਿੱਚ ਕੋਈ ਕਮੀ ਹੈ, ਮੇਰੇ ਬੋਲਣ ਦੇ ਵਿੱਚ ਕੋਈ ਕਮੀ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਤੁਹਾਨੂੰ ਓਸ਼ੋ ਦੀਆਂ ਕਿਹੜੀਆਂ ਕਿਤਾਬਾਂ ਪਸੰਦ ਨੇ ਇਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸੋ ਧੰਨਵਾਦ ਜੀ। ਕੱਲ੍ਹ ਤੱਕ ਬਾਏ ਬਾਏ।